ਤੇ ਇੱਕ ਸਵਾਲ ਹੋਰ ਲੈ ਲੈਂਦੇ। ਉਹ ਸਵਾਲ ਹੈ ਜੀ ਕਿ ਗੁਰਬਾਣੀ ਦੀ ਤੁਕ ਹੈ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਕਪੜਾ ਦੇ ਅਰਥ ਕੀ ਨੇ? तो दूसरा इस पंक्ति का भाव की है? सवाल करता ने डॉक्टर सुरिंदर सिंह जी ते उत्तर दे रहे हैं शाह हरजीत सिंह। वाहिगुरू जी का खालसा वाहिगुरू जी की फतेह। गुरबाणी ਦੀ ਇਸ ਪੰਕਤੀ ਭਾਵ ਜਪ ਬਾਣੀ ਦੀ ਇਸ ਪੰਕਤੀ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਹੈ ਕਿ ਜਪ ਬਾਣੀ ਦਾ ਵਿਸ਼ਾ ਕੀ ਹੈ। ਜਦ ਤੱਕ ਅਸੀਂ ਜਪ ਬਾਣੀ ਦੇ ਵਿਸ਼ੇ ਨੂੰ ਨਹੀਂ ਸਮਝਦੇ ਉਦੋਂ ਤੱਕ ਅਸੀਂ ਇਹਨਾਂ ਦੇ ਅਰਥ ਭਾਵ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ। ਜਪ ਬਾਣੀ ਦਾ ਵਿਸ਼ਾ ਬੜਾ ਸਪਸ਼ਟ ਹੈ, ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ ਕਿ ਮਨੁੱਖ ਦੀ ਪਰਮਾਤਮਾ ਨਾਲੋਂ ਵਿੱਥ ਪਈ ਹੋਈ ਹੈ। ਇਹ ਵਿੱਥ ਕਿਵੇਂ ਹਟਣੀ ਹੈ, ਇਹਦੇ ਕੋਈ ਸਵਾਲ ਕੀਤੇ ਹਨ, ਫਿਰ ਇਹਦਾ ਜਵਾਬ ਵੀ ਨਾਲ ਦਿੱਤਾ ਹੈ। ਇਹ ਗੱਲ ਪੱਕੀ ਹੈ ਕਿ ਇਨਸਾਨ ਜਦੋਂ ਜਨਮ ਲੈਂਦਾ ਹੈ ਮਾਇਆ ਦਾ ਪ੍ਰਭਾਵ ਕਰਕੇ ਇਹਦੀ ਉਹਦੇ ਨਾਲ ਵਿੱਥ ਬਣ ਜਾਂਦੀ ਹੈ। ਜਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਗ ਵਰਤਾਇਆ। ਇਹ ਮਾਇਆ ਜਿਤ ਹਰ ਵਿਸੇ ਉਹ ਉਪਜੇ ਭਾਉ ਦੂਜਾ ਲਾਇਆ। ਮਾਇਆ ਦੀ ਪਰਿਭਾਸ਼ਾ ਵੀ ਨਾਲ ਦਿੱਤੀ ਗਈ। ਮਨੁੱਖ ਦੀ ਪਰਮੇਸ਼ਰ ਨਾਲੋਂ ਜਦੋਂ ਵਿੱਥ ਪੈ ਗਈ, ਹੁਣ ਮਨੁੱਖ ਨੇ ਬੜੇ ਯਤਨ ਕੀਤੇ ਵੀ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਉਹਦੇ ਨਾਲ ਵਿੱਥ ਮਿਟ ਜਾਏ। ਜਿਵੇਂ ਜਿਵੇਂ ਮਨੁੱਖ ਯਤਨ ਕਰਦਾ ਰਿਹਾ ਉਹ ਕਈ ਮਤ ਵੀ ਹੋਂਦ ਵਿੱਚ ਆ ਗਏ। ਕਦੀ ਮਨੁੱਖ ਸਮਾਧੀਆਂ ਲਾ ਕੇ ਬੈਠ ਗਿਆ, ਕਦੀ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਨ ਲੱਗ ਪਿਆ ਇਹ ਸੋਚ ਕੇ ਕਿ ਮੇਰੀ ਵਿੱਥ ਮਿਟ ਜਾਏਗੀ। ਕਦੀ ਮਨ ਨੂੰ ਚੁੱਪ ਕਰਾਉਣ ਦੇ ਲਈ ਸੰਸਾਰ ਨਾਲ ਨਾਤਾ ਤੋੜ ਲਿਆ, ਭੋਰਿਆਂ ਵਿੱਚ ਜਾ ਵੜਿਆ। ਕਦੀ ਤਪ ਦਾ ਧੂਣੀਆਂ ਲਾ ਲਈਆਂ, ਆਪਣੇ ਸਰੀਰ ਨੂੰ ਕਸ਼ਟ ਦੇ ਲਏ। ਬੜੇ ਐਸੀਆਂ ਚੀਜ਼ਾਂ ਕਰਦਾ ਰਿਹਾ ਮਨੁੱਖ ਵੀ ਇਹ ਮੇਰੀ ਕਿਤੇ ਪਰਮਾਤਮਾ ਨਾਲੋਂ ਵਿੱਥ ਮਿਟ ਜਾਏ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਪ ਦੀ ਬਾਣੀ ਦੇ ਜਦੋਂ ਸ਼ੁਰੂਆਤ ਹੀ ਕੀਤੀ ਹੈ ਉਹਦੇ ਵਿੱਚ ਹੀ ਇਹ ਗੱਲ ਸਮਝਾ ਦਿੱਤੀ। ਇੱਕ ਸਵਾਲ ਕਰਕੇ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਤੇ ਨਾਲ ਉਹਦਾ ਜਵਾਬ ਦਿੱਤਾ ਵੀ ਵਿੱਥ ਮਿਟਾਉਣ ਦਾ ਢੰਗ ਕੀ ਹੈ। ਉਸੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਰੱਬ ਦਾ ਹੁਕਮ ਮੰਨਣ ਦੇ ਨਾਲ, ਉਹਦੇ ਸੁਭਾਅ ਵਿੱਚ ਆਪਣਾ ਸੁਭਾਅ ਰਲਾਉਣ ਦੇ ਨਾਲ, ਜਿਵੇਂ ਪੁੱਤਰ ਪਿਓ ਦਾ ਹੁਕਮ ਮੰਨਦਾ ਰਵੇ, ਆਪਸੀ ਰਿਲੇਸ਼ਨਸ਼ਿਪ ਬੜੀ ਵਧੀਆ ਬਣਦੀ ਹੈ। ਜੇ ਉਹਦੇ ਕਹਿਣੇ ਤੋਂ ਬਾਗੀ ਹੋ ਜਾਏ ਤਾਂ ਰਿਲੇਸ਼ਨਸ਼ਿਪ ਵਿੱਚ ਤਰੇੜ ਪੈ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਸਾਂਝਾ ਬਾਪ ਪਰਮਾਤਮਾ ਹੈ ਤੇ ਉਹਦੇ ਸੁਭਾਅ ਦੇ ਨਾਲ, ਆਪਣਾ ਸੁਭਾਅ ਰਲਾਉਣ ਦੇ ਨਾਲ ਇਹ ਵਿੱਥ ਮਿਟ ਸਕਦੀ ਹੈ। ਨਾ ਕਿ ਦਾਨ ਕਰਨ ਦੇ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ, ਪ੍ਰਾਣਾਯਾਮ ਦੇ ਨਾਲ, ਆਪਣੀ ਉਮਰ ਵਧਾ ਲੈਣ ਦੇ ਨਾਲ, ਜਾਂ ਖਿੰਥਾ ਗੋਦੜੀ ਜਾਂ ਹੋਰ ਚੀਜ਼ਾਂ ਰੱਖ ਕੇ ਇਹ ਵਿੱਥ ਜਿਹੜੀ ਮਿਟ ਸਕਦੀ ਹੈ। ਹੁਣ ਸਵਾਲ ਇਹ ਹੋ ਗਿਆ ਕਿ ਜੇ ਵਿੱਥ ਇਸ ਤਰ੍ਹਾਂ ਨਹੀਂ ਮਿਟ ਸਕਦੀ ਤੇ ਫਿਰ ਵਿੱਥ ਮਿਟੇ ਕਿਵੇਂ? ਇਹ ਜਿਹੜਾ ਸਾਡਾ ਅੱਜ ਦਾ ਸਵਾਲ ਹੈ ਇਹਦੇ ਵਿੱਚ ਬੜੀ ਕਮਾਲ ਦੀ ਗੱਲ ਹੈ। ਇਸ ਤੋਂ ਪਹਿਲੀਆਂ ਪੌੜੀਆਂ ਨੂੰ ਅਸੀਂ ਜਿਹੜੇ ਵਿਚਾਰ ਕੇ ਦੇਖਦੇ ਹਾਂ, ਕਿਉਂਕਿ ਮਜ਼ਮੂਨ ਜ਼ਰੂਰ ਸਾਨੂੰ ਖਿਆਲ ਵਿੱਚ ਰੱਖਣਾ ਪਏਗਾ। ਜਦ ਤੱਕ ਮਜ਼ਮੂਨ ਨਾਲੋਂ ਅਸੀਂ ਟੁੱਟ ਜਾਵਾਂਗੇ ਤਾਂ ਫਿਰ ਅਸੀਂ ਅਰਥ ਭਾਵ ਨਹੀਂ ਕਰ ਸਕਾਂਗੇ। ਮਜ਼ਮੂਨ ਬੜਾ ਕਲੀਅਰ ਹੈ, ਜਿੱਥੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੋਇਆ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ, ਨਾਲ ਹੀ ਅੱਗੇ ਜਵਾਬ ਹੈ। ਅੱਗੋਂ ਜਿਹੜੀਆਂ ਪੌੜੀਆਂ ਸ਼ੁਰੂ ਹੁੰਦੀਆਂ ਨੇ ਫਿਰ ਮਨੁੱਖ ਦੇ ਉਦਮ ਦੀਆਂ ਸ਼ੁਰੂ ਹੁੰਦੀਆਂ ਨੇ ਵੀ ਇਸ ਤਰ੍ਹਾਂ ਨਾ ਹੋ ਜਾਏਗੀ, ਇਸ ਢੰਗ ਨਾਲ ਹੋ ਜਾਏਗੀ। ਫਿਰ ਅੱਗੋਂ ਹੁਕਮ ਦੀ ਗੱਲ ਗੁਰੂ ਪਾਤਸ਼ਾਹ ਨੇ ਅਗਲੀ ਪੌੜੀ ਚ ਨਾਲ ਸ਼ੁਰੂ ਕਰ ਦਿੱਤੀ ਵੀ ਹੁਕਮ ਜਿਹੜਾ ਹੈ ਉਹ ਕੀ ਹੈ। ਤੇ ਗੁਰੂ ਸਾਹਿਬ ਨੇ ਉੱਥੇ ਇੱਕ ਗੱਲ ਕਹਿ ਦਿੱਤੀ ਵੀ ਹੁਕਮ ਵਿੱਚ ਸੰਸਾਰ ਬਣਿਆ, ਹੁਕਮ ਵਿੱਚ ਇਨਸਾਨ ਆਇਆ, ਹੁਕਮ ਦੇ ਨਾਲ ਹੀ ਉਹਨੂੰ ਜਨਮ ਮਰਨ ਦੇ ਜੀਵ ਚੱਕਰਾਂ ਵਿੱਚ ਪੈਂਦਾ, ਉਹਦੇ ਨਾਲ ਹੁਕਮ ਦੇ ਨਾਲ ਹੀ ਜੀਵ ਜਿਹੜਾ ਹੈ ਚੰਗਾ ਹੈ ਮਾੜਾ ਹੈ, ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਭੋਗਦਾ ਵੀ ਹੈ। ਫਿਰ ਅਲਟੀਮੇਟਲੀ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਭ ਕੁਝ ਉਹਦੇ ਹੁਕਮ ਵਿੱਚ ਹੈ, ਬਾਹਰ ਹੁਕਮ ਤੋਂ ਕੋਈ ਚੀਜ਼ ਨਹੀਂ ਹੈ। ਫਿਰ ਪਾਤਸ਼ਾਹ ਕਹਿਣ ਲੱਗੇ ਵੀ ਉਹਦਾ ਹੁਕਮ ਮੰਨਣ ਲਈ ਮਨੁੱਖ ਕਰਦਾ ਕੀ ਹੈ?
ਕਹਿੰਦੇ ਨੇ ਕੋਈ ਤਾਨ ਨਾਲ ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਬੜੀਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਇਹ ਢੰਗ ਢੰਗ ਦੱਸ ਦਿੱਤੇ ਵੀ ਹੁਕਮ ਮੰਨਣ ਦੇ ਲਈ ਇਹ ਕੁਝ ਕਰਦੇ ਨੇ। ਇਸ ਤਰ੍ਹਾਂ ਢੰਗ ਦੇ ਨਾਲ ਆਪਣਾ ਪਰਮੇਸ਼ਰ ਦੇ ਹੁਕਮ ਵਿੱਚ ਤੁਰਨ ਦੀ ਯਤਨ ਕਰਦੇ ਹਨ। ਫਿਰ ਤੇ ਜਾ ਕੇ ਸਪੋੜੀ ਦੇ ਗੁਰੂ ਸਾਹਿਬ ਜੀ ਨੇ ਫਿਰ ਕਿਹਾ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੇ ਵੇ ਪ੍ਰਵਾਹ। ਵੀ ਪ੍ਰਮਾਤਮਾ ਵੇ ਪ੍ਰਵਾਹ, ਉਹ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਚਲਾ ਰਿਹਾ ਹੈ। ਹੁਣ ਅਗਲੀ ਪੌੜੀ ਜਿਹਦੇ ਵਿੱਚੋਂ ਇਹ ਪੰਕਤੀ ਹੈ, ਚੌਥੀ ਪੌੜੀ ਦੇ ਵਿੱਚੋਂ ਉਹ ਸ਼ੁਰੂ ਹੁੰਦੀ ਹੈ। ਉਹਦੇ ਚ ਗੁਰੂ ਪਾਤਸ਼ਾਹ ਕਹਿੰਦੇ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ। ਸਾਚਾ ਦਾ ਅਰਥ ਸਦਾ ਕਾਇਮ ਰਹਿਣ ਵਾਲਾ ਹੈ, ਹੋਂਦ ਵਾਲਾ, ਸਦੀਵੀ, ਮਾਲਕ ਸਦੀਵ ਰਹਿਣ ਵਾਲਾ ਹੈ। ਉਹਦਾ ਨਿਆਂ ਵੀ, ਉਹਦੇ ਨਿਜ਼ਮ ਵੀ ਸੱਚੇ ਹਨ, ਕਿਉਂਕਿ ਉਹਦੇ ਨਿਆਂ ਦੇ ਵਿੱਚ ਸੱਚ ਸਾਹਿਬ, ਸੱਚ ਨਿਆਂ ਹੈ, ਉਹਦੀ ਕਮੀ ਨਹੀਂ ਹੈ। ਉਹਦੀ ਬੋਲੀ ਪਿਆਰ ਹੈ। ਉਹਦੀ ਬੋਲੀ ਜਿਹੜੀ ਭਾਖਿਆ ਦਾ ਅਰਥ ਬੋਲੀ ਹੈ, ਉਹਦੀ ਬੋਲੀ ਕੀ ਹੈ? ਬੋਲੀ ਉਹਦੀ ਪ੍ਰੇਮ ਦੀ ਹੈ। ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਪ੍ਰੇਮ ਦੀ ਬੋਲੀ। ਤੇ ਜਦੋਂ ਇਹ ਗੱਲ ਅੱਗੇ ਚੱਲਦੇ, ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਵੀ ਫਿਰ ਉਹਨੂੰ ਭੇਟਾ ਕੀ ਕਰੀਏ, ਉਹ ਸਾਨੂੰ ਉਹਦੇ ਅੱਗੇ ਆਪਾਂ ਅਰਪਣ ਕੀ ਕਰੀਏ, ਕਿਹੜੇ ਬੋਲ ਬੋਲੀਏ, ਮੂੰਹ ਤੋਂ ਕਿਹੜੇ ਬੋਲ ਬੋਲ ਦਈਏ। ਇਹ ਸਵਾਲ ਹਨ ਫਿਰ ਜਿਹੜੇ ਗੁਰੂ ਪਾਤਸ਼ਾਹ ਨੇ ਕਿਹਾ, ਜੇ ਵਸਤਾਂ ਦਾ ਦਾਤਾਂ ਉਹ ਹੀ ਦੇ ਰਿਹਾ, ਫਿਰ ਆਪਾਂ ਕੀ ਭੇਟ ਕਰਨ ਜੋਗੇ ਆ? ਕਿਹੜੀ ਭੇਟਾਂ ਨੂੰ ਦੇ ਦਈਏ? ਰੱਬ ਦੇ ਅੱਗੇ ਕੀ ਭੇਟ ਕਰੀਏ? ਜੇ ਸਾਰੀਆਂ ਦਾਤਾਂ ਉਹ ਆਪ ਦੇ ਰਿਹਾ ਹੈ, ਫੇਰ ਕੇ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ। ਜਿਤ ਸੁਣ ਧਰੇ ਪਿਆ, ਵੀ ਮੂੰਹੋਂ ਕਿਹੜੀ ਬੋਲ ਬੋਲੀਏ ਅਸੀਂ, ਜਿਹਦੇ ਨਾਲ ਅਸੀਂ ਉਹਦੇ ਨਾਲ ਸਾਡਾ ਪਿਆਰ ਪੈ ਜਾਏ। ਜਿਹੜੇ ਬੋਲ ਬੋਲ ਕੇ ਉਹ ਸਾਡਾ ਮੁਹੱਬਤ ਕਰਨ ਲੱਗ ਪਏ, ਪਿਆਰ ਕਰਨ ਲੱਗ ਪਏ। ਤਾਂ ਹੁਣ ਉਹਦਾ ਜਵਾਬ ਸਾਰਾ ਗੁਰੂ ਪਾਤਸ਼ਾਹ ਨੇ ਉਹ ਮਜ਼ਮੂਨ ਦੇ ਵਿੱਚੋਂ ਦਿੱਤਾ। ਉਹ ਗੱਲ, ਉਹ ਢੰਗ, ਉਹਦਾ ਜਵਾਬ ਮਹਾਰਾਜ ਕਹਿੰਦੇ ਨੇ ਵੀ ਉਹ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਉਹ ਪੂਰਨ ਖੜਾਓ ਦਾ ਸਮਾਂ, ਜਿਹਨੂੰ ਅਸੀਂ ਪਹਿਰ ਰਾਤ ਰਹਿੰਦੀ ਦਾ ਸਮਾਂ ਵੀ ਕਹਿੰਦੇ ਆ, ਅੰਮ੍ਰਿਤ ਵੇਲਾ ਸੱਚ ਨਾਉ, ਉਹਦਾ ਨਾਮ ਸਿਮਰੀਏ, ਉਹਦੀ ਯਾਦ ਵੀ ਜੁੜ ਜਾਈਏ, ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। ਵਡਿਆਈ ਵਿਚਾਰ, ਇਹ ਨਹੀਂ ਵੀ ਉੱਠ ਪਏ ਤੇ ਉੱਠ ਕੇ ਫਿਰ ਅਸੀਂ ਵਿਹਲੜ ਜੱਕੜ ਮਾਰਦੇ ਰਹੇ, ਨਹੀਂ। ਉੱਠਣ ਦਾ ਮਕਸਦ ਨਹੀਂ ਹੈ, ਉਹਦੀ ਵਡਿਆਈ ਦੀ ਵਿਚਾਰ ਦਾ, ਉਹਦੀ ਵਿਚਾਰਾਂ ਦਾ ਮਕਸਦ ਹੈ ਇਨਸਾਨ ਦਾ, ਵਡਿਆਈ ਵਿਚਾਰ। ਫਿਰ ਕਹਿੰਦੇ ਜਦੋਂ ਤੂੰ ਇਹ ਕੰਮ ਕਰੇਗਾ, ਫਿਰ ਤੈਨੂੰ ਗੁਰੂ ਦੇ ਕੋਲੋਂ ਬਖਸ਼ਿਸ਼ ਰੂਪੀ ਪਟੋਲਾ ਮਿਲਦਾ ਹੈ, ਕੱਪੜਾ ਮਿਲਦਾ ਹੈ, ਜਿਹਨੂੰ ਅਸੀਂ ਸਰੂਪਾ ਕਹਿ ਦਈਏ, ਬਖਸ਼ਿਸ਼ ਰੂਪੀ ਪਟੋਲਾ ਕਹਿ ਦਈਏ, ਜੋ ਮਰਜ਼ੀ ਲਫ਼ਜ਼ ਵਰਤ ਲਈਏ। ਕਿਉਂ? ਕਿਉਂਕਿ ਇੱਥੇ ਗੱਲ ਬੜੀ ਸਮਝਦੀ ਹੈ ਵੀ ਜਦੋਂ ਇਨਸਾਨ ਉਹਦੇ ਅੰਦਰ ਜੁੜਦਾ ਹੈ, ਆਪਣੀ ਮੱਤ ਨੂੰ ਛੱਡ ਕੇ ਮਨ ਕੀ ਮੱਤ ਤਿਆਗੋ ਹਰਜਨ ਵਾਲੀ ਗੱਲ, ਇਹ ਬਾਤ ਕਠੈਨੀ ਤੋਂ ਉੱਪਰ ਉੱਠ ਜਾਂਦਾ ਹੈ, ਮਨ ਦੀ ਮੱਤ ਤਿਆਗ ਜਾਂਦਾ, ਪੂਰਨ ਖੜਾਓ ਦੇ ਸਮੇਂ ਵਿੱਚ ਉਹਦੇ ਵਿੱਚ ਜੁੜਨ ਦੀ ਯਤਨ ਕਰਦਾ ਹੈ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਦਾ ਹੈ, ਤਾਂ ਫਿਰ ਗੁਰੂ ਬਦ ਨਦਰ ਕਰਮ ਬਖਸ਼ਿਸ਼ ਕਰਦਾ ਹੈ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਤਾਂ ਮਿਲਦਾ ਕੀ ਹੈ ਗੁਰੂ ਕੋਲੋਂ? ਉਹਦੀ ਸਿਫਤ ਰੂਪੀ ਪਟੋਲਾ, ਸਿਫਤ ਸਲਾਹ ਰੂਪੀ ਪਟੋਲਾ। ਉਸ ਸਿਫਤ ਸਲਾਹ ਰੂਪੀ ਬਖਸ਼ਿਸ਼ ਨਾਲ ਇਹਦੀ ਕੂੜ ਦੀ ਕੰਧ ਟੁੱਟਦੀ ਹੈ। ਕੂੜ ਦੀ ਕੰਧ ਤੋੜਨ ਦਾ ਉਹੀ ਢੰਗ ਹੈ, ਹੋਰ ਕੋਈ ਢੰਗ ਨਹੀਂ ਹੈ। ਉਹਦੀ ਕਿਰਪਾ ਦ੍ਰਿਸ਼ਟੀ ਨਾਲ ਕੂੜ ਦੀ ਪਾਲ ਤੋਂ, ਕੂੜ ਦੀ ਕੰਧ ਤੋਂ ਇਹਦੀ ਖਲਾਸੀ ਹੁੰਦੀ ਹੈ। ਔਰ ਇਹਦੇ ਨਾਲ, ਇਸ ਤਰੀਕੇ ਨਾਲ ਹੀ ਇਹਨੂੰ ਰੱਬੀ ਦਰਬਾਰ ਜਿਹੜਾ ਦਰ ਪ੍ਰਾਪਤ ਹੁੰਦਾ ਹੈ। ਇੱਥੇ ਕਰਕੇ ਗੁਰੂ ਪਾਤਸ਼ਾਹ ਵੀ ਕਹਿੰਦੇ ਆ ਵੀ ਦੇਖੋ, ਬੜੀ ਸਪਸ਼ਟ ਜੀ ਗੱਲ ਹੈ ਵੀ ਦਾਨ ਪੁੰਨ ਕਰਨ ਨਾਲ, ਮਾਇਕ ਭੇਟਾ ਕਰਨ ਨਾਲ ਜੀਵ ਦੀ ਪ੍ਰਮਾਤਮਾ ਨਾਲ ਵਿੱਥ ਨਹੀਂ ਮਿਟ ਸਕਦੀ, ਕਿਉਂਕਿ ਦਾਤਾਂ ਸਾਰੀਆਂ ਪ੍ਰਭੂ ਦੀਆਂ ਦਿੱਤੀਆਂ ਹੋਈਆਂ ਨੇ। ਉਹ ਪ੍ਰਭੂ ਨੂੰ ਗੱਲਾਂ ਨਾਲ, ਫੂਕੀਆਂ ਗੱਲਾਂ ਨਾਲ ਵੀ ਨਹੀਂ ਰਜਾਇਆ ਜਾ ਸਕਦਾ। ਪ੍ਰਭੂ ਨੂੰ ਰਜਾਉਣ ਦੇ ਲਈ ਉਹਦੀ ਆਪਣੀ ਬੋਲੀ ਵਿੱਚ ਹੀ ਗੱਲ ਕਰਨੀ ਪੈਂਦੀ ਹੈ। ਉਹਦੀ ਬੋਲੀ ਹੈ ਪ੍ਰੇਮ। ਜਦ ਤੱਕ ਪ੍ਰੇਮ ਸਾਡੀ ਜ਼ਿੰਦਗੀ ਦਾ ਆਧਾਰ ਨਹੀਂ ਬਣਦਾ, ਸਾਡੇ ਜੀਵਨ ਵਿੱਚ ਉਹ ਗੁਣ ਨਹੀਂ ਆਉਂਦੇ। ਹੁਣ ਗੱਲ ਇਹ ਹੋ ਗਈ ਵੀ ਫਿਰ ਇਹ ਗੱਲ ਆਵੇ ਕਿਵੇਂ? ਜਿਹੜੇ ਗੁਣ ਮੂਲ ਮੰਤਰ ਵਿੱਚ ਪਰਮੇਸ਼ਰ ਦੇ ਦੱਸੇ ਹਨ,
ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੀ ਹੁਕਮੀ ਬੰਦਾ ਬਣਨਾ ਹੈ। ਹੁਕਮੀ ਬੰਦਾ ਹੋਰ ਕੀ ਹੈ? ਵੀ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਜਿਹੋ ਜੇ ਉਹਦੇ ਸੁਭਾਅ, ਉਹਦਾ ਸੁਭਾਅ ਆਪਣਾ ਬਣਾਉਣਾ। ਉਹ ਮਿੱਠ ਬੋਲੜਾ ਹੈ, ਸਾਡਾ ਸੁਭਾਅ ਮਿੱਠ ਬੋਲੜਾ ਬਣਨਾ। ਉਹ ਨਿਰਭਉ ਹੈ, ਅਸੀਂ ਨਿਰਭਉ ਹੋ ਕੇ ਗੱਲ ਕਰੀਏ। ਇਹ ਗੱਲ ਕਹੀਏ, ਨਿਰਭਉ ਸੰਗ ਤੁਮਾਰੇ ਬਸਤਾ ਹੈ, ਡਰਨ ਕਹਾਂ ਤੇ ਆਇਆ। ਉਹ ਨਿਰਵੈਰ ਹੈ ਤੇ ਸਭ ਕੋ ਉਮੀਦ ਹਮ ਆਪਨ ਕੀਨਾ ਵਾਲੀ ਬਿਰਤੀ ਸਾਡੀ ਬਣੇ। ਇਹ ਗੁਣ ਹਨ ਪਰਮੇਸ਼ਰ ਦੇ। ਇਹ ਹੈ ਹੁਕਮ ਵਿੱਚ ਤੁਰਨ ਦੀ ਗੱਲ। ਜਿਹੜੇ ਗੁਣ ਪਰਮੇਸ਼ਰ ਦੇ ਹਨ, ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੀ ਹੁਕਮ ਵਿੱਚ ਚੱਲਣਾ ਹੈ। ਹੋਰ ਹੁਕਮ ਵਿੱਚ ਚੱਲਣ ਦੀ ਹੋਰ ਕੋਈ ਪਰਿਭਾਸ਼ਾ ਨਹੀਂ ਹੈ। ਤੇ ਸਚਿਆਰ ਕੀ ਹੁੰਦਾ ਹੈ? ਜਦੋਂ ਅਸੀਂ ਆਪਣੇ ਮਨ ਦੇ ਵਿੱਚੋਂ ਪੂਰੀ ਤਰ੍ਹਾਂ ਉਹਦੀ ਵਿਥ ਨੂੰ ਦੂਰ ਕਰ ਲਈਏ ਔਰ ਆਤਮਾ ਪਰਮ ਆਤਮਾ ਦੇ ਨਾਲ ਅਭੇਦ ਹੁੰਦੀ ਹੈ, ਉਹਨੂੰ ਅਸੀਂ ਸਚਿਆਰ ਕਹਿ ਦਿੰਦੇ ਹਾਂ। ਕਿਉਂਕਿ ਉਹ ਸੱਚਾ ਹੈ, ਸੱਚੇ ਨਾਲ ਮਿਲ ਜਾਣਾ ਹੀ ਸਚਿਆਰ ਹੋਣਾ ਹੈ। ਤਾਂ ਉਹਦੇ ਲਈ ਫਿਰ ਬੋਲੀ ਪ੍ਰੇਮ ਦੀ ਹੈ। ਉਹ ਪ੍ਰੇਮ ਦੀ ਬੋਲੀ ਦੇ ਨਾਲ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਵਿੱਚ ਜੁੜਦੇ ਆ ਤੇ ਸਤਿਗੁਰੂ ਬਖਸ਼ਿਸ਼ ਰੂਪੀ ਪਟੋਲਾ ਬਖਸ਼ਿਸ਼ ਕਰਦਾ ਹੈ, ਜਿਹਨੂੰ ਕਰਮੀ ਆਵੇ ਕੱਪੜਾ ਦਾ ਜ਼ਿਕਰ ਇੱਥੇ ਕੀਤਾ ਗਿਆ, ਜਿਹਦੀ ਬਰਕਤ ਨਾਲ ਹਰ ਥਾਂ ਤੇ ਵਸਦਾ ਹੋਇਆ ਪ੍ਰਮਾਤਮਾ ਜਿਹੜਾ ਹੈ ਉਹ ਫਿਰ ਨਜ਼ਰ ਆਉਂਦਾ। ਤੋ ਇੱਥੇ ਜਿਹੜਾ ਕਰਮੀ ਆਵੇ ਕੱਪੜਾ, ਕੁਝ ਵਿਦਵਾਨਾਂ ਨੇ ਇਹਦੇ ਅਰਥ ਬਹੁਤ ਜਿਹੜੇ ਕੀਤੇ ਹਨ, ਹੋਰ ਢੰਗ ਨਾਲ ਵੀ ਕੀਤੇ ਹਨ ਕਿ ਕਰਮਾਂ ਦੇ ਨਾਲ ਸਾਨੂੰ ਸਰੀਰ ਰੂਪੀ ਕੱਪੜਾ ਮਿਲਦਾ ਹੈ। ਕੁਝ ਕੱਪੜ ਰੂਪ ਸੁਹਾਵਨਾ ਛੜ ਦੁਨੀਆ ਅੰਦਰ ਜਾਵਨਾ ਦੀਆਂ ਉਦਾਹਰਨਾਂ ਜਾਂ ਪ੍ਰਮਾਣ ਵੀ ਗੁਰਬਾਣੀ ਦੇ ਦਿੱਤੇ ਹਨ, ਪਰ ਨਹੀਂ, ਕਿਉਂਕਿ ਇਸ ਦਾ ਮਜਮੂਨ ਤੇ ਇਹਦੇ ਪ੍ਰਕਰਨ ਅਨੁਸਾਰ ਚੱਲ ਰਹੇ ਜਪ ਬਾਣੀ ਦੇ ਪ੍ਰਕਰਨ ਅਨੁਸਾਰ ਜੋ ਚੱਲ ਰਿਹਾ ਹੈ, ਜੋ ਮਜਮੂਨ ਚੱਲ ਰਿਹਾ ਹੈ, ਉੱਥੇ ਕਰਮਾ ਰੂਪੀ ਕੱਪੜਾ ਅਰਥ ਨਹੀਂ ਬਣ ਸਕਦੇ। ਇਹ ਤਾਂ ਪ੍ਰੇਮ ਪਟੋਲਾ ਹੈ। ਢੱਕਣ ਦੁਖੋ ਪਤ ਮੇਰੀ ਹੈ। ਜਿਵੇਂ ਅਸੀਂ ਕੱਪੜੇ ਦੇ ਨਾਲ ਆਪਣੇ ਸਰੀਰ ਢੱਕਦੇ ਹਾਂ, ਇਸ ਤਰ੍ਹਾਂ ਬਖਸ਼ਿਸ਼ ਰੂਪੀ ਨਦਰ ਕਰਮ ਰੂਪੀ ਕੱਪੜੇ ਦੇ ਨਾਲ, ਪਟੋਲੇ ਦੇ ਨਾਲ ਉਸ ਵਾਹਿਗੁਰੂ ਦੇ ਦਰ ਤੇ ਸਾਡੀ ਪੱਤ ਬਣਦੀ ਹੈ ਔਰ ਵਾਹਿਗੁਰੂ ਦੇ ਘਰ ਸਾਨੂੰ ਮਾਨ ਪ੍ਰਾਪਤ ਹੁੰਦਾ ਹੈ। ਇੱਥੇ ਜਿਹੜੇ ਅਰਥ ਭਾਵ ਜਿਹੜੇ ਹਨ ਕਰਮੀ ਆਵੇ ਕੱਪੜੇ ਦੇ, ਇਹ ਬਖਸ਼ਿਸ਼ ਰੂਪੀ ਪਟੋਲਾ, ਉਹਦੀ ਨਦਰ ਕਰਮ ਦਾ ਜ਼ਿਕਰ ਜਿਹੜਾ ਗੁਰੂ ਪਾਤਸ਼ਾਹ ਨੇ ਕੀਤਾ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।